ਇਹ ਪਿਓਰਲੀ ਪੋਲੀਟੀਕਲ ਲਾਹਾ ਲੈਣ ਲਈ ਕੀਤੀ ਗਈ। ਇਨਵੈਸਟੀਗੇਸ਼ਨ ਜੇ ਪ੍ਰੋਪਰ ਹੋਈ ਹੁੰਦੀ ਤੇ 2015 ਵਰਗਾ ਕਾਂਡ ਜਿਹੜਾ ਉਹ ਨਾ ਹੁੰਦਾ, ਕਿਉਂਕਿ ਜਦੋਂ ਵੀ ਕੋਈ ਛੋਟਾ ਕ੍ਰਾਈਮ ਕਰਦਾ ਨਾ, ਉਹਨੂੰ ਜੇ ਉਹਦੀ ਸਜ਼ਾ ਨਹੀਂ ਮਿਲਦੀ ਤੇ ਹੌਲੀ ਹੌਲੀ ਉਹ ਵਧਣ ਲੱਗ ਪੈਂਦਾ ਤੇ ਵੱਡਾ ਕ੍ਰਾਈਮ ਕਰਨ ਲੱਗ ਪੈਂਦਾ। ਉਦੋਂ ਤੁਸੀਂ ਮੌਜੂਦ ਸੀ, ਦੱਸਿਆ ਜਾਂਦਾ ਹੈ ਕਿ ਤੁਸੀਂ ਉਸ ਥਾਂ ਤੇ ਮੌਜੂਦ ਸੀ ਜਦੋਂ ਕੋਈ ਸੀਨੀਅਰ ਅਕਾਲੀ ਆਗੂ ਆ ਕੇ ਕਹਿੰਦਾ ਹੈ ਕਿ ਜੀ ਡੇਰਾ ਮੁਖੀ ਨੂੰ ਮਾਫੀ ਦੇਣੀ ਹੈ। ਮੈਂ ਤਾਂ ਉਦੋਂ ਇਹ ਗੱਲ ਕਹੀ ਸੀਗੀ ਵੀ ਆਪਾਂ ਇਹ ਦੋ ਧਾਰੀ ਤਲਵਾਰ ਆ। ਮੈਨੂੰ ਲੱਗਦਾ ਕਿਉਂਕਿ ਮੇਰਾ ਕੋਈ ਪੋਲੀਟੀਕਲ ਉਦੋਂ ਲੰਮਾ ਚੌੜਾ ਤਜਰਬਾ ਨਹੀਂ ਸੀਗਾ, ਮੈਨੂੰ ਲੱਗਿਆ ਵੀ ਇਹ ਗੱਲ ਗਲਤ ਹੈਗੀ ਆ, ਇਹ ਗੱਲ ਠੀਕ ਨਹੀਂ ਹੈਗੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਸਿਕਲੀ ਆਣ ਕੇ ਮੈਸੇਜ ਦਿੱਤਾ ਸੀ ਵੀ ਅਸੀਂ ਬਾਬਾ ਸਿੰਘ ਸਾਹਿਬ ਮੰਨ ਗਏ ਹੈਗੇ ਆ, ਮਾਫੀ ਦੇ ਕੇ ਆਏ ਸੀ, ਸਿਰਫ ਅਨਾਉਂਸਮੈਂਟ ਬਾਕੀ ਸੀਗੀ। ਔਰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ, ਔਰ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਵੀ ਮੇਰੇ ਮਗਰ ਗੱਲ ਕਹੀ ਵੀ ਗੱਲ ਤਾਂ ਇਹ ਠੀਕ ਕਰਦਾ, ਜਿੰਨੀ ਕੁ ਗੱਲ ਮੈਨੂੰ ਸਮਝਿਆ। ਮੈਂ ਕਹਾਂ ਵੀ ਮੈਂ ਆਪਣੀ ਸਮਝ ਤੋਂ ਬਾਹਰ ਗੱਲ ਕਰ ਦੇਵਾਂ। ਤੁਸੀਂ ਕਿਹਾ ਸੀ ਵੀ ਮਾਫੀ ਨਹੀਂ ਦੇਣੀ ਚਾਹੀਦੀ। ਮੈਂ ਕਿਹਾ ਸੀ ਵੀ ਇਹ ਮਾਫੀ ਨਹੀਂ ਦੇਣੀ ਚਾਹੀਦੀ। ਅਲਟੀਮੇਟਲੀ ਉਹ ਤਾਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਹੀ ਨਹੀਂ ਕਰਦਾ। ਸਾਨੂੰ ਇਹਨਾਂ ਚੀਜ਼ਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਯਾਰ। ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤਾਂ ਬਹੁਤ ਆ, ਜਿੰਨਾ ਚਿਰ ਵੀ ਰਹੂੰਗਾ ਵਿਕਰਮ ਇਹ ਕਹਿਣਾ ਹੀ। ਤੁਸੀਂ ਕਹਿੰਦੇ ਤੁਹਾਡੇ ਵਰਗੇ ਸਿਆਸਤਦਾਨ ਕਹਿੰਦੇ ਆ, ਕਨਵੇ ਕਰਦੇ ਆ ਮੈਸੇਜ, ਤੁਸੀਂ ਭਲਾਈ ਵਾਸਤੇ ਹੀ ਕਹਿੰਦੇ ਹੋਗੇ, ਪੰਜਾਬ ਦੀ ਭਲਾਈ, ਪਾਰਟੀ ਦੀ ਭਲਾਈ, ਪਰ ਫਿਰ ਕਰਦੇ ਕਿਉਂ ਨਹੀਂ ਕੰਮ? ਕੈਪਟਨ ਸਾਹਿਬ ਦੀ ਗੱਲ ਕਰੀਏ ਜਾਂ ਸਰਕਾਰ ਸੁਣਵਾਈ ਕਿਉਂ ਨਹੀਂ ਕਰਦੀ? ਸਰਕਾਰ ਨੂੰ ਤੁਸੀਂ ਪੁੱਛੋ, ਕਿਉਂਕਿ ਤੁਸੀਂ ਜੇ ਸਾਨੂੰ ਦੇ ਨੁਮਾਇੰਦੇ ਹੋ, ਤੁਸੀਂ ਸਵਾਲ ਚੁੱਕਦੇ ਹੋ। ਨਹੀਂ, ਮੈਂ ਤਾਂ ਕਹਿ ਰਿਹਾ, ਪਰ ਉਹਨਾਂ ਨੂੰ ਪੁੱਛੋ ਵੀ ਯਾਰ ਇਹ ਐਮਐਲਏ ਪ੍ਰਗਟ ਸਿੰਘ ਨੇ ਜਿਹੜੇ ਸਵਾਲ ਕੀਤੇ ਆ ਤੇ ਉਹਦਾ ਜਵਾਬ ਤਾਂ ਦਿਓ। ਪੰਜਾਬ ਦੇ ਕੁਝ ਲੀਡਰ, ਕੁਝ ਸਿਆਸਤਦਾਨ ਇਹੋ ਜਿਹੇ ਨੇ ਜੋ ਕਿ ਬੇਬਾਕੀ ਲਈ ਜਾਣੇ ਜਾਂਦੇ। ਉਹਨਾਂ ਦੇ ਵਿੱਚੋਂ ਪ੍ਰਗਟ ਸਿੰਘ ਵੀ ਨੇ। ਹੁਣ ਪ੍ਰਗਟ ਸਿੰਘ ਪਹਿਲਾਂ ਜੋ ਕਿ ਆਪਦੀ ਸਰਕਾਰ ਤੇ ਵੀ ਸਵਾਲ ਖੜੇ ਕਰਦੇ ਹੋਏ ਨਜ਼ਰ ਆਏ ਸੀ, ਹੁਣ ਉਹਨਾਂ ਨੇ ਅਕਾਲੀ ਦਲ ਤੇ ਵੀ ਸਵਾਲ ਖੜੇ ਕੀਤੇ। ਦਰਅਸਲ ਡੇਰਾ ਮੁਖੀ ਨੇ ਜਦੋਂ ਸਵਾਂਗ ਰਚਾਇਆ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ, ਸਮੇਂ-ਸਮੇਂ ਤੇ ਉਬਾਲੇ ਖਾਂਦੀ ਰਹੀ ਹੈ ਸਿਆਸਤ ਉਸ ਮਸਲੇ ਨੂੰ ਲੈ ਕੇ, ਤੇ ਹੁਣ ਫਿਰ ਇਹਨਾਂ ਨੇ ਸਵਾਲ ਚੁੱਕਿਆ ਕਿ ਸੁਖਬੀਰ ਬਾਦਲ ਉਸ ਮਸਲੇ ਤੇ ਸਿਚੁਏਸ਼ਨ ਜਿਹੜੀ ਹੈ ਉਹ ਕਲੀਅਰ ਕਰਨ। ਪ੍ਰਗਟ ਜੀ, ਡੇਰਾ ਮੁਖੀ ਨੇ ਜਦੋਂ ਸਵਾਂਗ ਰਚਿਆ, ਉਸ ਤੋਂ ਬਾਅਦ ਸਿਚੁਏਸ਼ਨ ਬਦਲਦੀ ਰਹੀ, ਪੰਜਾਬ ਦੀ ਰਾਜਨੀਤੀ ਭਖਦੀ ਰਹੀ ਹੈ, ਹੁਣ ਫਿਰ ਤੁਸੀਂ ਸਵਾਲ ਚੁੱਕੇ ਨੇ ਕਿ ਆਖਿਰ ਮਸਲਾ ਕੀ ਹੈ? ਨਹੀਂ, ਦੇਖੋ 2007 ਦੇ ਵਿੱਚ ਇਹ ਪਰਚਾ ਦਰਜ ਹੋਇਆ, ਇਹ ਜਿਹੜਾ ਬਾਬੇ ਦਾ ਸਵਾਂਗ ਰਚਣ ਵਾਲਾ। 2007 ਤੋਂ ਲੈ ਕੇ 2009 ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੋਮ ਮਿਨਿਸਟਰ ਸੀਗੇ, ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਉਹ ਸੀਗੇ, ਔਰ 2009 ਤੋਂ ਔਨਵਰਡ ਸਰਦਾਰ ਸੁਖਬੀਰ ਸਿੰਘ ਬਾਦਲ ਸੀ। ਮੇਰਾ ਤਾਂ ਸਿਰਫ ਇੰਨੀ ਗੱਲ ਹੈ ਕਿ 2014 'ਚ ਇਹਦੀ ਕੈਂਸਲੇਸ਼ਨ ਰਿਪੋਰਟ ਐਕਸੈਪਟ ਹੋਈ, 2012 'ਚ ਇਹਦੀ ਕੈਂਸਲੇਸ਼ਨ ਫਾਈਲ ਕੀਤੀ ਗਈ, ਹਾਈ ਕੋਰਟ 'ਚੋਂ ਜਾ ਕੇ ਡਰੋਪ ਹੋਈ। ਪਰ ਬਦਕਿਸਮਤੀ ਇਹ ਆ ਵੀ ਜੇ ਤੁਸੀਂ ਇਹਨੂੰ ਸੀਕੁਐਂਸ ਨੂੰ ਜੇ ਇਕੱਠਾ ਕਰਕੇ ਦੇਖਿਆ ਜਾਵੇ, ਇਹ ਪਿਓਰਲੀ ਪੋਲੀਟੀਕਲ ਲਾਹਾ ਲੈਣ ਲਈ ਕੀਤੀ ਗਈ। ਤੇ ਜੇ ਇਹ ਨਾ ਹੋ, ਇਨਵੈਸਟੀਗੇਸ਼ਨ ਜੇ ਪ੍ਰੋਪਰ ਹੋਈ ਹੁੰਦੀ ਤੇ 2015 ਵਰਗਾ ਕਾਂਡ ਜਿਹੜਾ ਉਹ ਨਾ ਹੁੰਦਾ, ਕਿਉਂਕਿ ਜਦੋਂ ਵੀ ਕੋਈ ਛੋਟਾ ਕ੍ਰਾਈਮ ਕਰਦਾ ਨਾ, ਉਹਨੂੰ ਜੇ ਉਹਦੀ ਸਜ਼ਾ ਨਹੀਂ ਮਿਲਦੀ ਤੇ ਹੌਲੀ ਹੌਲੀ ਉਹ ਵਧਣ ਲੱਗ ਪੈਂਦਾ ਤੇ ਵੱਡਾ ਕ੍ਰਾਈਮ ਕਰਨ ਲੱਗ ਪੈਂਦਾ। ਉਹ ਵੱਡਾ ਕ੍ਰਾਈਮ ਹੋਇਆ। ਔਰ ਮੈਂ ਇਹ ਵੀ ਗੱਲ ਕਰਦਾ ਵੀ ਜਿਹੜਾ 2015 'ਚ ਹੋਇਆ ਸੀ, ਉਹਨੂੰ ਸਾਨੂੰ ਇਮੀਡੀਏਟਲੀ ਜਿਹੜਾ ਉਹਦੇ ਕਿਤੇ ਨਾ ਕਿਤੇ ਨਤੀਜੇ ਤੱਕ ਪਹੁੰਚਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਜੇ ਅਸੀਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਦਰਕਨਾਰ ਕਰਦੇ ਰਵਾਂਗੇ, ਉਹਨਾਂ ਨੂੰ ਪੋਲੀਟੀਕਲ ਐਂਡਸ ਲਈ ਯੂਜ਼ ਕਰਦੇ ਰਵਾਂਗੇ, ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਸਾਨੂੰ ਇਹਦੇ 'ਤੇ ਸਿੰਸੀਅਰਲੀ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਤੇ ਜਿੱਥੇ ਜਿਹਦਾ ਰੋਲ ਹੈਗਾ, ਉਸ ਰੋਲ ਦਾ ਉਹ ਆਨਸਰੇਬਲ ਜਿਹੜਾ ਬੰਦਾ ਹੋਣਾ ਚਾਹੀਦਾ। ਜਾਂਚ ਨੂੰ ਇੰਨਾ ਸਮਾਂ ਕਿਉਂ ਲੱਗ ਜਾਂਦਾ ਪ੍ਰਗਟ ਜੀ? ਆਪਣੇ ਦੇਸ਼ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਆ, ਉਦੋਂ ਤਾਂ ਬਹੁਤ ਸਾਰੇ ਵਾਅਦੇ ਦਾਅਵੇ ਕੀਤੇ ਜਾਂਦੇ ਕਿ ਅਸੀਂ ਇੰਨੇ ਦਿਨਾਂ ਦੇ ਵਿੱਚ ਇਹ ਕੁਝ ਕਰ ਦਿਆਂਗੇ। ਇਹ ਵਿਕਰਮ ਸਾਡੀ ਬਦਕਿਸਮਤੀ ਆ, ਅਸੀਂ ਉਨੇ ਸਿੰਸੀਅਰ ਨਹੀਂ ਹੈ ਜਾਂ ਸਾਡਾ ਥਾਟ ਪ੍ਰੋਸੈਸ ਉਹੋ ਜਿਹਾ ਨਹੀਂ ਹੈਗਾ। ਕਿਉਂਕਿ ਮੇਰਾ ਤਾਂ ਥਾਟ ਪ੍ਰੋਸੈਸ ਇਹ ਆ ਵੀ ਜਿਹੜਾ ਜੋ ਕਰਮ ਕਰਦਾ ਉਹਦੀ ਉਹਨੂੰ ਸਜ਼ਾ ਉਨੀ ਮਿਲਣੀ ਚਾਹੀਦੀ ਆ। ਇਹਨੂੰ ਪੋਲੀਟੀਕਲ ਸਿਸਟਮ ਨੂੰ ਇੱਦਾਂ ਨਾ ਵਰਤੀਏ। ਦੇਖੋ, ਆਉਣ ਵਾਲਾ ਸਮਾਂ ਸਾਡੀ ਬੇਰੁਜ਼ਗਾਰੀ, ਸਾਡੀ ਭੁੱਖਮਰੀ, ਸਾਡੀ ਹੈਲਥ ਸਿਸਟਮ, ਸਾਡਾ ਐਜੂਕੇਸ਼ਨ ਸਿਸਟਮ, ਅਸੀਂ ਜਿੰਨੀ ਐਨਰਜੀ ਬਾਕੀ ਚੀਜ਼ਾਂ ਤੇ ਵੇਸਟ ਕਰਦੇ ਹਾਂ, ਜੇ ਅਸੀਂ ਇਹਦੇ ਤੇ ਲਾਈਏ ਤਾਂ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਆਪਣੀ ਲਾਈਨ ਵੱਡੀ ਮਾਰੋ, ਦੂਸਰੇ ਦੀ ਛੋਟੀ ਕਰਨ ਵੱਲ ਨਾ ਤੁਰੇ ਰਹੋ। ਕਿਉਂਕਿ ਜੇ 24 ਘੰਟੇ ਤੁਹਾਡੇ ਕੋਲ ਹੈਗੇ ਆ, ਤੁਸੀਂ 24 ਘੰਟਿਆਂ 'ਚੋਂ 18 ਘੰਟੇ 20 ਘੰਟੇ ਕੰਮ ਕਰਦੇ ਆ, ਤੁਹਾਡੀ ਲਾਈਨ ਲੰਬੀ ਹੋ ਜਾਊਗੀ, ਤੁਸੀਂ ਦੂਸਰੇ ਦੀ ਵੈਸੇ ਹੀ ਛੋਟੀ ਕਰ ਦਿਓਗੇ। ਪਰ ਜ਼ਿੰਦਗੀ ਦੇ ਵਿੱਚ ਪੋਲੀਟੀਸ਼ੀਅਨ ਤੇ ਪੋਲੀਟੀਕਲ ਪਾਰਟੀਆਂ ਇਹੋ ਜਿਹਾ ਸਰਕਲ ਬਣਾ ਕੇ ਰੱਖਦੀਆਂ, ਫਸਾ ਕੇ ਰੱਖਦੀਆਂ ਵੀ ਤਾਂ ਕਿ ਜਿਹੜਾ ਆਮ ਬੰਦਾ ਆ ਉਹਨੂੰ ਰਾਹਤ ਨਾ ਮਿਲੇ। ਸੋ ਇਸ ਕਰਕੇ ਸਾਨੂੰ ਮਾਈਂਡ ਸੈੱਟ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ। ਚਾਹੇ ਉਹ ਸਾਡੀਆਂ ਏਜੰਸੀਜ਼ ਹੈਗੀਆਂ,
ਸਾਡੀਆਂ ਜਿਨ੍ਹਾਂ ਨੇ ਇਨਵੈਸਟੀਗੇਟ ਕਰਨੀਆਂ, ਪੁਲਿਸ ਹੈਗੀ ਆ, ਹੋਰ ਏਜੰਸੀਜ਼ ਹੈਗੀਆਂ, ਤੇ ਚਾਹੇ ਸਾਡਾ ਪੋਲੀਟੀਕਲ ਸਿਸਟਮ ਹੈਗਾ ਯਾਰ, ਇਹਨੂੰ ਛੱਡ ਦਈਏ। ਆਉਣ ਵਾਲਾ ਸਮਾਂ ਨਹੀਂ ਤਾਂ ਬਹੁਤ ਮਾੜਾ ਹੋਊਗਾ। ਸਾਡੇ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਆ, ਸਾਡਾ ਐਜੂਕੇਸ਼ਨ ਸਿਸਟਮ ਅਪਗ੍ਰੇਡ ਨਹੀਂ ਹੋ ਰਿਹਾ, ਸਾਡਾ ਹੈਲਥ ਸਿਸਟਮ ਦੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ। ਸਰਕਾਰ ਹੁਣ ਤੁਹਾਡੀ ਹੈ, ਇਸ ਦੇ ਬਾਵਜੂਦ ਕਾਰਵਾਈ, ਕਿਉਂਕਿ ਤੁਸੀਂ ਤਾਂ ਆਪਦੀ ਸਰਕਾਰ ਤੇ ਵੀ ਸਵਾਲ ਚੁੱਕਦੇ ਰਹੇ ਹੋ, ਜਦੋਂ ਬੋਲਦੇ ਵੀ ਰਹੇ ਹੋ, ਬਕਾਇਦਾ ਲੈਟਰ ਤੱਕ ਲਿਖੇ ਆ ਤੁਸੀਂ, ਪਰ ਹੋ ਕੀ ਰਿਹਾ ਫਿਰ? ਕੀ ਸਭ ਦਾਲ ਚ ਕਾਲਾ ਹੀ ਹੈ, ਜਿੱਦਾਂ ਨਵਜੋਤ ਸਿੱਧੂ ਕਹਿੰਦੇ ਆ ਕਿ ਇਹ ਸਭ ਮਿਲੇ ਹੋਏ ਆ? ਦੇਖੋ, ਮੈਂ ਤਾਂ ਇਹ ਹਮੇਸ਼ਾ ਇਹ ਗੱਲ ਕਹਿਣਾ ਹੈਗਾ ਵੀ ਮੈਂ ਤਾਂ 80 ਚੋਂ ਇੱਕ MLA ਆ, ਪਰ ਮੈਂ ਆਪਣਾ ਰੋਲ ਤਾਂ ਪਲੇ ਕਰਾਂ। ਮੈਂ ਖਿਡਾਰੀ ਹੋਣ ਦੇ ਨਾਤੇ ਵੀ ਆਪਣੀ ਸਾਈਡ ਤੇ ਤਾਂ ਠੀਕ ਖੇਡਾਂ, ਮੈਂ ਕਨਵੇ ਤਾਂ ਕਰਾਂ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਹਰ ਪਿੱਲਰ ਦਾ ਰੋਲ ਹੈ। ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ। ਤੁਸੀਂ ਜਦੋਂ ਖਿਡਾਰੀ ਸੀ ਉਦੋਂ ਵੀ ਵਧੀਆ ਖੇਡਦੇ ਰਹੇ ਹੋ, ਹੁਣ ਵੀ ਵਧੀਆ ਰੋਲ ਆਪਦਾ ਅਦਾ ਕਰਦੇ ਰਹੇ ਹੋ, ਪਰ ਜਿਹੜਾ ਜਿਸ ਪਾਰਟੀ ਦੇ ਵਿੱਚੋਂ ਤੁਸੀਂ, ਉਸੇ ਦੀ ਸਰਕਾਰ ਹੈ, ਕਾਰਵਾਈ ਕਿਉਂ ਨਹੀਂ ਹੋ ਰਹੀ? ਕਿਉਂਕਿ ਇਹ ਸਭ ਚੀਜ਼ਾਂ ਫਿਰ ਰਾਜਨੀਤੀ ਕਰਨ ਵਾਸਤੇ ਇਲੈਕਸ਼ਨ ਦੇ ਟਾਈਮ ਯੂਜ਼ ਕੀਤੀਆਂ ਗਈਆਂ। ਇਹ ਤਾਂ ਤੁਸੀਂ ਬੇਸਿਕਲੀ ਦੇਖੋ, ਸਾਡੇ CM ਸਾਹਿਬ ਨੂੰ ਪੁੱਛ ਸਕਦੇ ਆ, ਸਾਡੇ ਜਿਹੜੀਆਂ ਹੋਰ ਅਥਾਰਟੀਜ਼ ਆ ਉਹਨੂੰ ਪੁੱਛ ਸਕਦੇ ਆ, ਪਰ ਸਾਡਾ ਕੰਮ ਤਾਂ ਉਹਨਾਂ ਨੂੰ ਕਨਵੇ ਕਰਨ ਦਾ, ਪਹਿਲਾਂ ਅੰਦਰ ਵੜ ਕੇ ਕਨਵੇ ਕਰਨ ਦਾ, ਜੇ ਨਹੀਂ ਸੁਣਗੇ ਤਾਂ ਬਾਹਰ ਕਨਵੇ ਕਰ ਦਾਂਗੇ, ਕਨਵੇ ਤਾਂ ਕਰਾਂਗੇ। ਕਿਉਂਕਿ ਦੇਖੋ, ਮੈਂ ਉਸ ਡੈਮੋਕ੍ਰੇਸੀ ਦੇ ਵਿੱਚ ਬਲੀਵ ਕਰਦਾ ਵੀ ਜਿਹੜੀ ਆਪਣੀ ਚੰਗਿਆਈ ਨਾਲ ਤੁਸੀਂ ਗਾਂਹ ਵਧੋ, ਨਾ ਕਿ ਦੂਸਰੇ ਦੀਆਂ ਲੱਤਾਂ ਖਿੱਚ ਕੇ ਗਾਂਹ ਵਧੋ। ਜ਼ਿੰਦਗੀ ਦੇ ਵਿੱਚ ਕੋਈ ਦੇਸ਼ ਸਕਸੈਸਫੁਲ ਨਹੀਂ ਹੋਇਆ, ਕੋਈ ਸੂਬਾ ਸਕਸੈਸਫੁਲ ਨਹੀਂ ਹੋਇਆ, ਕੋਈ ਰੇਸ ਸਕਸੈਸਫੁਲ ਨਹੀਂ ਹੋਈ, ਕਿਉਂਕਿ ਅਸੀਂ એનર્ਜੀ ਜਿਹੜੀ ਆ ਨੈਗੇਟਿਵ ਯੂਜ਼ ਕਰਦੇ ਆ। ਕਿਉਂਕਿ ਬੰਦੇ ਕੋਲ એનર્ਜੀ ਤਾਂ ਉਨੀ ਆ, ਚਾਹੇ ਉਹਨੂੰ ਪੋਜ਼ਿਟਿਵ ਪਾਸੇ ਨੂੰ ਯੂਜ਼ ਕਰ ਲਓ, ਚਾਹੇ ਉਹਨੂੰ ਨੈਗੇਟਿਵ ਪਾਸੇ ਨੂੰ ਯੂਜ਼ ਕਰ ਲਓ, ਘੰਟੇ ਤੁਹਾਡੇ ਕੋਲ ਉਨੇ ਹੀ ਆ। ਜੇ ਨੈਗੇਟਿਵ ਪਾਸੇ ਨੂੰ ਯੂਜ਼ ਕਰੋਗੇ, ਹੋ ਸਕਦਾ ਕਿਸੇ ਦਾ ਤੁਸੀਂ 10% ਨੁਕਸਾਨ ਕਰਦੇ ਆ, ਪਰ ਜੇ ਤੁਸੀਂ ਪੋਜ਼ਿਟਿਵ ਪਾਸੇ ਨੂੰ ਯੂਜ਼ ਕੀਤੀ ਤੇ ਤੁਸੀਂ ਆਪਣਾ 20-25% ਸਿਸਟਮ ਦਾ ਫਾਇਦਾ ਕਰਕੇ ਉਹਦੇ ਨਾਲੋਂ ਗਾਂਹ ਲੰਘ ਸਕਦੇ ਹੋ। ਜੀ, ਉਦੋਂ ਤੁਸੀਂ ਮੌਜੂਦ ਸੀ, ਦੱਸਿਆ ਜਾਂਦਾ ਹੈ ਕਿ ਉਦੋਂ ਤੁਸੀਂ ਉਸ ਥਾਂ ਤੇ ਮੌਜੂਦ ਸੀ ਜਦੋਂ ਕੋਈ ਸੀਨੀਅਰ ਅਕਾਲੀ ਆਗੂ ਆ ਕੇ ਕਹਿੰਦਾ ਹੈ ਕਿ ਜੀ ਡੇਰਾ ਮੁਖੀ ਨੂੰ ਮਾਫੀ ਦੇਣੀ ਹੈ, ਤੇ ਉਦੋਂ ਪ੍ਰਧਾਨ ਸਾਹਿਬ ਸਟੇਟਮੈਂਟ ਵੀ ਦਿੱਤੀ ਸੀਗੀ। ਉਹ ਤਾਂ ਮੈਂ ਸਟੇਟਮੈਂਟ ਵੀ ਦਿੱਤੀ ਸੀਗੀ। ਮੈਂ ਤਾਂ ਉਦੋਂ ਇਹ ਗੱਲ ਕਹੀ ਸੀਗੀ ਵੀ ਆਪਾਂ ਇਹ ਦੋ ਧਾਰੀ ਤਲਵਾਰ ਆ। ਮੈਨੂੰ ਲੱਗਦਾ, ਕਿਉਂਕਿ ਮੇਰਾ ਕੋਈ ਪੋਲੀਟੀਕਲ ਉਦੋਂ ਲੰਮਾ ਚੌੜਾ ਤਜਰਬਾ ਨਹੀਂ ਸੀਗਾ, ਨਾ ਮੇਰਾ ਕੋਈ ਬਹੁਤਾ ਧਾਰਮਿਕ ਤਜਰਬਾ, ਪਰ ਮੈਨੂੰ ਲੱਗਿਆ ਵੀ ਇਹ ਗੱਲ ਗਲਤ ਹੈਗੀ ਆ, ਇਹ ਗੱਲ ਠੀਕ ਨਹੀਂ ਹੈਗੀ। ਹੋਇਆ ਕੀ ਸੀਗਾ ਉਦੋਂ? ਉਦੋਂ ਵੀ ਕਹਿ ਦਿੱਤਾ ਸੀਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਸਿਕਲੀ ਆਣ ਕੇ ਮੈਸੇਜ ਦਿੱਤਾ ਸੀ ਵੀ ਅਸੀਂ ਬਾਬਾ ਸਿੰਘ ਸਾਹਿਬ ਮੰਨ ਗਏ ਹੈਗੇ ਆ। ਰਾਦਰ ਉਹ ਤਾਂ ਇਹ ਦੇ ਕੇ ਆਏ ਸੀਗੇ, ਇਹ ਮਾਫੀ ਦੇ ਕੇ ਆਏ ਸੀ, ਸਿਰਫ ਅਨਾਉਂਸਮੈਂਟ ਬਾਕੀ ਸੀਗੀ। ਔਰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ, ਔਰ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਵੀ ਮੇਰੇ ਮਗਰ ਗੱਲ ਕਹੀ ਵੀ ਗੱਲ ਤਾਂ ਇਹ ਠੀਕ ਕਰਦਾ, ਜਿੰਨੀ ਕੁ ਗੱਲ ਮੈਨੂੰ ਸਮਝਿਆ। ਮੈਂ ਕਹਾਂ ਵੀ ਮੈਂ ਆਪਣੀ ਸਮਝ ਤੋਂ ਬਾਹਰ ਗੱਲ ਕਰ ਦੇਵਾਂ। ਤੁਸੀਂ ਕਿਹਾ ਸੀ ਵੀ ਮਾਫੀ ਨਹੀਂ ਦੇਣੀ ਚਾਹੀਦੀ। ਮੈਂ ਕਿਹਾ ਸੀ ਵੀ ਇਹ ਮਾਫੀ ਨਹੀਂ ਦੇਣੀ ਚਾਹੀਦੀ। ਅਲਟੀਮੇਟਲੀ ਉਹ ਤਾਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਹੀ ਨਹੀਂ ਕਰਦਾ। ਅਲਟੀਮੇਟਲੀ ਫਿਰ ਮਾਫੀ ਕਾਹਦੀ? ਕਿਉਂਕਿ ਉਹਨੂੰ ਤਾਂ ਅਕਾਲ ਤਖਤ ਤੇ ਸੱਦਿਆ ਹੀ ਨਹੀਂ ਜਾ ਸਕਦਾ। ਫਿਰ ਉਹ ਚਿੱਠੀ, ਕੋਈ ਪੱਤਰ, ਕੋਈ ਦੂਜਾ ਤੀਜਾ, ਕਿਉਂਕਿ ਉਹਦੇ ਬਾਰੇ ਬਿਲਕੁਲ ਪਿਓਰਲੀ ਕੋਈ ਕਲੈਰਿਟੀ ਨਹੀਂ ਸੀ। ਉਸ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਨੇ ਬਹੁਤ ਸਾਰੇ ਇਸ਼ਤਿਹਾਰ ਵੀ ਦੱਸਿਆ ਜਾ ਰਿਹਾ ਕਿ ਜਾਰੀ ਕੀਤੇ ਸੀਗੇ ਕਿ ਮਾਫੀ ਦੇ ਦਿੱਤੀ ਗਈ ਹੈ। ਨਹੀਂ, ਉਹ ਕਈ ਕੁਛ ਹੀ ਹੋਇਆ, ਉਹਦੇ ਵਿੱਚ ਕਈ ਕੁਛ ਹੀ ਹੋਇਆ। ਇਹ ਸਭ ਕੁਝ ਹੋਇਆ ਕਿਉਂ ਪ੍ਰਗਟ ਜੀ? ਤਜਰਬਾ ਤੁਹਾਡਾ, ਸੀਨੀਅਰ ਹੋ। ਦੇਖੋ, ਜਦੋਂ ਹੁਣ ਸੀਕੁਐਂਸ ਜੋੜ ਕੇ ਦੇਖਦੇ ਆ, ਕਿਤੇ ਨਾ ਕਿਤੇ ਮੈਲਾਫਾਈਡੀ ਇੰਟੈਂਸ਼ਨ ਜਿਹੜੀ ਆ ਉਹ ਨਜ਼ਰ ਆਉਂਦੀ ਹੈਗੀ ਆ। ਦੇਖੋ, ਸਾਨੂੰ ਇਹਨਾਂ ਚੀਜ਼ਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਯਾਰ। ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤਾਂ ਬਹੁਤ ਹੈ, ਔਰ ਮੈਂ ਤਾਂ ਇਹ ਵੀ ਸਮਝਦਾ, ਮੈਂ ਤਾਂ ਇਹਨਾਂ ਨੂੰ ਇਹ ਵੀ ਕਹਿ ਦਿੰਦਾ ਹੁੰਦਾ ਵੀ ਯਾਰ ਆਪਾਂ ਪਤਾ ਨਹੀਂ ਇਹਦੇ 'ਚ ਕਿੰਨਾ ਚਿਰ ਰਹਿਣਾ, ਪਰ ਜਿੰਨਾ ਚਿਰ ਰਹਿਣਾ ਉਨਾ ਚਿਰ ਤਾਂ ਠੀਕ ਕਰੀਏ ਨਾ, ਕਿਉਂਕਿ ਪਤਾ ਨਹੀਂ ਕਿਹੜੇ ਨੇ ਕਦੋਂ ਚਲੇ ਜਾਣਾ। ਐਕਚੁਅਲੀ ਬਹੁਤੇ ਬੰਦਿਆਂ ਨੂੰ ਇਹ ਗਲਤਫਹਿਮੀ ਹੋ ਜਾਂਦੀ ਵੀ ਪਤਾ ਨਹੀਂ ਸੀ ਸਾਰੀ ਜ਼ਿੰਦਗੀ ਇਸ ਸਿਸਟਮ ਦੇ ਵਿੱਚ ਰਾਜ ਕਰਨਾ ਹੈਗਾ। ਰਾਜ ਰੂਜ ਨਹੀਂ ਕਰਨਾ ਹੁੰਦਾ, ਇਹ ਤਾਂ ਆਈ ਚਲਾਈ ਦਾ ਸਮਾਂ ਆ। ਅੱਜ ਕੋਈ ਕਿਤੇ ਆ, ਕੱਲ੍ਹ ਨੂੰ ਕੋਈ ਕਿਤੇ ਆ, ਪਰਸੋਂ ਨੂੰ ਕੋਈ ਕਿਤੇ ਆ। ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾ ਕੇ ਸਾਈਡ ਤੇ ਹੋ ਜਾਣਾ ਚਾਹੀਦਾ ਵੀ ਆਈ ਹੈਵ ਪਲੇਡ ਮਾਈ ਇਨਿੰਗ। ਹੁਣ ਨਵੀਂ ਜਨਰੇਸ਼ਨ ਆਵੇ, ਉਹ ਇਹਨੂੰ ਦੇਖੇ, ਉਹ ਜਿੱਥੇ ਲਿਜਾ ਸਕਦੀ ਲੈ ਜਾਵੇ। ਪੰਜਾਬ ਦੇ ਵਿੱਚ ਆਪਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਸਰਕਾਰ ਦੇ ਕਾਰਜਕਾਲ ਨੂੰ ਸਹਿਮਤ ਹੋ? ਠੀਕ ਠਾਕ ਕੰਮ ਚੱਲ ਰਿਹਾ? ਦੇਖੋ, ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਚਿੱਠੀਆਂ ਲਿਖੀਆਂ, ਔਰ ਮੈਂ ਕੋਈ ਇਦਾਂ ਦੀ ਚਿੱਠੀਆਂ ਦਾ ਮੈਨੂੰ ਲੱਗਦਾ ਹੱਲ ਨਹੀਂ ਹੋਇਆ ਕੋਈ। ਦੇਖੋ, ਉਹ ਕਰਨਾ ਚਾਹੀਦਾ ਇਹਨਾਂ ਨੂੰ। ਮੈਂ ਤਾਂ ਇਹਨਾਂ ਨੂੰ ਹੁਣ ਵੀ ਕਨਵੇ ਕਰਦਾ, ਕਿਉਂਕਿ ਦੇਖੋ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਹੈਗੀਆਂ, ਉਹ ਆਪਣੇ ਹਜੇ ਸਾਹਮਣੇ ਹੈਗੀਆਂ। ਮੁੱਖ ਤੌਰ ਤੇ ਪ੍ਰਗਟ ਜੀ, ਤੁਸੀਂ ਕਿਹੜੀਆਂ ਸਮੱਸਿਆਵਾਂ ਦੇਖਦੇ ਹੋ? ਕਿਹੜੀਆਂ ਭੇਜੀਆਂ ਸੀ ਵੀ ਚਿੱਠੀ ਦੇ ਵਿੱਚ ਲਿਖ ਕੇ ਕੀ ਆ? ਮੁੱਖ ਤੌਰ ਤੇ ਨਸ਼ੇ ਦੀ ਗੱਲ ਅਸੀਂ ਕਰਦੇ ਹਾਂ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀਗਾ, ਪਰ ਨਸ਼ਾ ਤੁਸੀਂ ਚੱਲ ਪੋ, ਹਰ ਗਲੀ ਦੇ ਵਿੱਚ ਤੁਹਾਨੂੰ ਚਿੱਟਾ ਮਿਲ ਜਾਊਗਾ। ਦੇਖੋ, ਮੈਂ ਗੱਲ ਕਰਦਾ, ਸਾਨੂੰ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਠੀਕ ਕਰਨਾ ਚਾਹੀਦਾ। ਪੰਜਾਬ ਨੂੰ ਜਿੱਥੋਂ ਵੀ ਕੋਈ ਪਹਿਨੀ ਬਚ ਸਕਦੀ ਆ ਸਾਨੂੰ ਬਚਾਉਣੀ ਚਾਹੀਦੀ ਆ। ਨੰਬਰ 2, ਸਾਡਾ ਯੂਥ ਜਿਹੜਾ, ਦੇਖੋ ਡਰੱਗ ਜਿਹੜੀ ਆ, ਇਟ ਇਜ਼ ਏ ਐਡਮਿਨਿਸਟ੍ਰੇਟਿਵ ਕਮ ਸੋਸ਼ਲ ਪ੍ਰੋਬਲਮ, ਠੀਕ ਹੈ ਨਾ, ਲੇਕਿਨ ਐਡਮਿਨਿਸਟ੍ਰੇਸ਼ਨ
ਐਜੂਕੇਸ਼ਨ ਤੇ ਥੋੜਾ ਕੰਮ ਹੋਇਆ, ਹਜੇ ਹੋਰ ਕਰਨ ਦੀ ਜ਼ਰੂਰਤ ਹੈਗੀ ਆ। ਸੋਸ਼ਲ ਤੇ ਬਿਲਕੁਲ ਘੱਟ ਹੋਇਆ ਹੈਗਾ, ਤਾਂ ਕਿ ਸਾਡੇ ਯੂਥ ਨੂੰ ਅਸੀਂ ਚੰਗੇ ਪਾਸੇ ਨੂੰ, ਇਹ ਇੱਕ ਬਹੁਤ ਵੱਡਾ ਸਰਕਲ ਆ। ਯੂਥ ਇਹ ਵੀ ਸੋਚਦਾ ਵੀ ਸਾਨੂੰ ਜੌਬ ਨਹੀਂ ਮਿਲਦੀ। ਜੌਬ ਕਿਉਂ ਨਹੀਂ ਮਿਲਦੀ? ਕਿਉਂਕਿ ਸਾਡਾ ਐਜੂਕੇਸ਼ਨ ਦਾ ਪੱਧਰ ਜਿਹੜਾ ਉਹ ਨਹੀਂ ਹੈਗਾ ਅੱਜ ਜੋ ਵਰਲਡ ਲੈਵਲ ਤੇ ਚਾਹੀਦਾ ਸਾਨੂੰ, ਅਸੀਂ ਉਹਨੂੰ ਅਪਗ੍ਰੇਡ ਨਹੀਂ ਕਰ ਸਕੇ। ਸੋ ਇਹ ਸਾਰੀਆਂ ਚੀਜ਼ਾਂ ਇੱਕ ਇੰਟਰਲਿੰਕਡ ਹੈਗੀਆਂ। ਜੇ ਅਸੀਂ ਇਹਨੂੰ ਸੋਚਾਂਗੇ ਨਹੀਂ, ਜੇ ਇਹਦੇ ਤੇ ਪਹਿਰਾ ਨਹੀਂ ਦੇਵਾਂਗੇ ਤਾਂ ਹੌਲੀ ਹੌਲੀ ਅਸੀਂ ਪਿੱਛੇ ਰਹਿ ਜਾਵਾਂਗੇ, ਔਰ ਹੌਲੀ ਹੌਲੀ ਅਸੀਂ ਪਿੱਛੇ ਰਹਿ ਰਹੇ ਹਾਂ। ਅਸੀਂ ਕਈ ਵਾਰੀ ਹਰਿਆਣੇ ਦੀ ਗੱਲ ਹੀ ਨਹੀਂ ਸੀ ਕਰਦੇ ਹੁੰਦੇ, ਹੁਣ ਕਈ ਚੀਜ਼ਾਂ 'ਚ ਅਸੀਂ ਹਰਿਆਣੇ ਨੂੰ ਕੰਪੇਅਰ ਕਰਨ ਲੱਗ ਪਏ ਵੀ ਉਹ ਸਾਡੇ ਨਾਲ ਥੋੜ੍ਹਾ ਜਿਹਾ ਚੰਗਾ, ਅਸੀਂ ਪਿੱਛੇ ਹਾਂ। ਯਾਰ ਇਦਾਂ ਤਾਂ ਦੇਖੋ ਗੱਲ ਇਹ ਆ, ਇਹ ਰੇਸ ਪਿੱਛੇ ਰਹਿ ਜਾਊਗੀ, ਇਹ ਪੰਜਾਬ ਪਿੱਛੇ ਰਹਿ ਜਾਊਗਾ। ਸਾਡੀਆਂ ਛੋਟੀਆਂ ਜਿਹੜੀਆਂ ਸੋਚਾਂ ਆ ਉਹਨਾਂ ਨੂੰ ਛੱਡੀਏ, ਅਸੀਂ ਵਾਈਡਰ ਐਂਗਲ ਤੇ ਵਾਈਡਰ ਸਪੈਕਟਰਮ ਤੇ ਕੰਮ ਕਰੀਏ। ਤੁਸੀਂ ਵੀ ਸਵਾਲ ਚੁੱਕਦੇ ਰਹੇ ਹੋ, ਰਾਜਨੀਤੀ ਦੇ ਵਿੱਚ ਲੰਬਾ ਤਜਰਬਾ ਤੁਹਾਡਾ। ਕਿਹਾ ਜਾਂਦਾ ਹੈ ਕਿ ਰਾਜਨੀਤੀ ਦੇ ਵਿੱਚ ਜਿਹੜਾ ਸਵਾਲ ਚੁੱਕਦਾ ਉਹਨੂੰ ਖੁੱਡੇ ਲਾਈਨ ਲਾ ਦਿੱਤਾ ਜਾਂਦਾ ਹੈ। ਨਵਜੋਤ ਸਿੱਧੂ ਨੇ ਸਵਾਲ ਚੁੱਕੇ ਤਾਂ ਅੱਜ ਘਰੇ ਬੈਠੇ ਆ, ਕਦੇ ਬਾਹਰ ਹੀ ਨਹੀਂ ਨਿਕਲ ਰਹੇ, ਮੀਡੀਆ ਨਾਲ ਕਦੇ ਮੁਖਾਤਿਬ ਨਹੀਂ ਹੋਏ, ਤਾਂ ਆਪ ਦਾ ਪੇਜ ਬਣਾਇਆ ਉਹਨਾਂ ਨੇ, ਉਸੇ ਤੇ ਚੀਜ਼ ਸਾਂਝੀ ਕਰਦੇ ਆ। ਮੈਂ ਤਾਂ ਯਾਰ ਦੇਖੋ, ਮੈਂ ਤਾਂ ਕਹੀ ਜਾਣਾ, ਜਿੰਨਾ ਚਿਰ ਵੀ ਰਹੂੰਗਾ ਵਿਕਰਮ, ਇਹ ਕਹਿਣਾ ਹੀ ਆ। ਜਿੰਨਾ ਚਿਰ ਵੀ ਪਰਮਾਤਮਾ ਨੇ, ਦੇਖੋ ਬੰਦੇ ਦੀ ਨਾ ਕਿਸਮਤ ਨਹੀਂ ਕੋਈ ਧੋ ਸਕਦਾ, ਠੀਕ ਹੈ ਨਾ। ਮੈਂ ਇਸ ਚੀਜ਼ ਨੂੰ ਬਲੀਵ ਕਰਦਾ ਔਰ 100% ਬਲੀਵ। ਤੁਸੀਂ ਕਹਿੰਦੇ ਤੁਹਾਡੇ ਵਰਗੇ ਸਿਆਸਤਦਾਨ ਕਹਿੰਦੇ ਆ, ਕਨਵੇ ਕਰਦੇ ਆ ਮੈਸੇਜ, ਤੁਸੀਂ ਭਲਾਈ ਵਾਸਤੇ ਹੀ ਕਹਿੰਦੇ ਹੋਗੇ, ਪੰਜਾਬ ਦੀ ਭਲਾਈ, ਪਾਰਟੀ ਦੀ ਭਲਾਈ, ਪਰ ਫਿਰ ਕਰਦੇ ਕਿਉਂ ਨਹੀਂ ਕੰਮ? ਕੈਪਟਨ ਸਾਹਿਬ ਦੀ ਗੱਲ ਕਰੀਏ ਜਾਂ ਸਰਕਾਰ ਸੁਣਵਾਈ ਕਿਉਂ ਨਹੀਂ ਕਰਦੀ? ਸਰਕਾਰ ਨੂੰ ਤੁਸੀਂ ਪੁੱਛੋ, ਕਿਉਂਕਿ ਤੁਸੀਂ ਜੇ ਸਾਨੂੰ ਦੇ ਨੁਮਾਇੰਦੇ ਹੋ, ਤੁਸੀਂ ਸਵਾਲ ਚੁੱਕਦੇ ਹੋ। ਨਹੀਂ, ਮੈਂ ਤਾਂ ਕਹਿ ਰਿਹਾ, ਪਰ ਉਹਨਾਂ ਨੂੰ ਪੁੱਛੋ ਵੀ ਯਾਰ ਇਹ ਐਮਐਲਏ ਪ੍ਰਗਟ ਸਿੰਘ ਨੇ ਜਿਹੜੇ ਸਵਾਲ ਕੀਤੇ ਆ ਤੇ ਉਹਦਾ ਜਵਾਬ ਤਾਂ ਦਿਓ। ਇਹ ਤਾਂ ਤੁਹਾਨੂੰ ਜਵਾਬ ਹਜੇ ਤੱਕ ਨਹੀਂ। ਦੇਖੋ ਮੈਨੂੰ ਤਾਂ ਦੇਖੋ ਜਿਹੜੀ ਗੱਲ ਮੈਂ ਪੁੱਛਦਾ ਹੈਗਾ ਉੱਥੇ ਮਿਲ ਜਾਂਦਾ, ਲੇਕਿਨ ਐਗਜ਼ੀਕਿਊਸ਼ਨ ਬਹੁਤੀ ਨਹੀਂ ਹੈਗੀ। ਕਹਿੰਦੇ ਕਿ ਸੀਐਮ ਸਾਹਿਬ ਬੁਲਾ ਲੈਂਦੇ ਆ, ਪਲੋਸ ਕੇ ਭੇਜ ਦਿੰਦੇ ਆ, ਲੰਚ ਪੋਲਿਟਿਕਸ ਚੱਲਦੀ ਆ। ਪਲੂਸ ਵਾਲੀ ਗੱਲ ਨਹੀਂ ਹੈ, ਗੱਲ ਤਾਂ ਮੈਂ ਤਾਂ ਲੌਜੀਕਲ ਗੱਲ ਕਰਦਾ, ਠੀਕ ਹੈ ਨਾ। ਬਾਕੀ ਦੇਖੋ ਅਲਟੀਮੇਟਲੀ ਤੁਸੀਂ ਮਿਲਣਾ ਗਿਲਣਾ ਤਾਂ ਹੁੰਦਾ, ਇਹ ਤਾਂ ਨਹੀਂ ਹੈਗਾ ਕਿ ਤੁਸੀਂ ਕੋਈ ਇਦਾਂ ਦਾ ਉੱਥੇ ਵੀ ਹਾਂ ਵੀ ਮੈਂ ਜਾਣਾ ਹੀ ਨਹੀਂ ਹੈ, ਸਾਡੇ ਚੀਫ ਮਿਨਿਸਟਰ ਆ, ਜਾਵਾਂਗੇ। 2022 ਦੇ ਵਿੱਚ ਜਦੋਂ ਚੋਣਾਂ ਦੇ ਵਿੱਚ ਫਿਰ ਤੁਸੀਂ ਜਾਣਾ ਹੋਊਗਾ, ਲੋਕਾਂ ਦੇ ਨਾਲ ਮਿਲੋਗੇ, ਤਾਂ ਉਦੋਂ ਲੋਕ ਜਦੋਂ ਸਵਾਲ ਪੁੱਛਣਗੇ ਤਾਂ ਜਵਾਬ ਕੀ ਦਿਓਗੇ ਫਿਰ? ਡੈਫੀਨੇਟਲੀ ਮੈਂ ਤਾਂ ਜੋ ਗੱਲ ਸੱਚ ਹੋਊਗੀ ਉਹ ਕਹੂੰਗਾ, ਜਿਹੜੀਆਂ ਚੀਜ਼ਾਂ ਹੋਈਆਂ ਹੋਣਗੀਆਂ ਉਹ ਵੀ ਕਹੂੰਗਾ। ਦੇਖੋ ਮੈਂ ਵਿਕਰਮ ਜੀ ਅੱਜ ਤੱਕ ਕਦੀ ਵੋਟ ਨਹੀਂ ਮੰਗੀ। ਮੈਂ ਉਹਨਾਂ ਨੂੰ ਇੱਕ ਲੌਜੀਕਲ ਜਿਹੜੀ ਆ ਉਹ ਗੱਲ ਦੱਸਦਾ ਹੁੰਦਾ ਵੀ ਆਹ ਗੱਲ ਹੈਗੀ ਆ, ਇੰਨੀ ਕੁ ਮੈਂ ਕਰ ਸਕਿਆ, ਇੰਨੀ ਕੁ ਨਹੀਂ ਕਰ ਸਕਿਆ। ਭਰਾਵੋ ਜੇ ਦੂਜਾ ਚੰਗਾ ਹੈਗਾ ਤੇ ਉਹਨੂੰ ਵੋਟ ਪਾ ਦਿਓ। ਜੇ ਤੁਹਾਨੂੰ ਲੱਗਦਾ ਕਿ ਮੈਂ ਕੁਝ ਠੀਕ ਕੀਤਾ ਹੈਗਾ, ਕੁਝ ਕੁ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ, ਤਾਂ ਫਿਰ ਮੈਨੂੰ ਪਾ ਦਿਓ। ਤੁਹਾਨੂੰ ਲੱਗਦਾ ਇਸ ਹਿਸਾਬ ਨਾਲ ਸਰਕਾਰ ਰਿਪੀਟ ਹੋਊਗੀ? ਦੇਖੋ ਇਹ ਤਾਂ ਸਮਾਂ ਦੱਸੂਗਾ, ਹਜੇ ਸਮਾਂ ਸਵਾ ਸਾਲ 1.5 ਸਾਲ ਹੈਗਾ। ਸਾਨੂੰ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈਗੀ ਆ। ਜੇ ਮਿਹਨਤ ਕਰਾਂਗੇ ਤਾਂ ਹੋ ਵੀ ਸਕਦਾ, ਜੇ ਨਹੀਂ ਮਿਹਨਤ ਕਰਾਂਗੇ ਤਾਂ ਫਿਰ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਐਕਸੈਪਟ ਕਰਾਂਗੇ। ਬਹੁਤ ਮਿਹਰਬਾਨੀ ਪ੍ਰਗਟ ਸਿੰਘ ਜੀ। ਸੋ ਜਲੰਧਰ ਕੈਂਟ ਤੋਂ ਐਮਐਲਏ ਪ੍ਰਗਟ ਸਿੰਘ ਬੇਬਾਕੀ ਲਈ ਜਾਣੇ ਜਾਂਦੇ ਆ। तमाम ਗੱਲਾਂ ਖੁੱਲ੍ਹ ਕੇ ਅੱਜ ਵੀ ਸਾਡੇ ਨਾਲ ਕੀਤੀਆਂ। ਡੇਰਾ ਮੁਖੀ ਨੂੰ ਲੈ ਕੇ ਇਹਨਾਂ ਨੇ ਸਵਾਲ ਚੁੱਕੇ ਨੇ ਹੁਣ ਕਿ ਡੇਰਾ ਮੁਖੀ ਨੂੰ ਜਦੋਂ ਮਾਫੀ ਦਿੱਤੀ ਗਈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹਨਾਂ ਨੇ ਖੁਦ ਕਬੂਲਿਆ ਜਗਬਾਣੀ ਤੇ ਕਿ ਇਹਨਾਂ ਨੇ ਉਸ ਸਮੇਂ ਉਸ ਚੀਜ਼ ਦੀ ਖਿਲਾਫਤ ਕੀਤੀ ਸੀ ਕਿ ਆਖਿਰ ਗੁਰਮੀਤ ਰਾਮ ਰਹੀਮ ਨੂੰ ਮਾਫੀ ਕਿਉਂ ਦਿੱਤੀ ਜਾ ਰਹੀ ਹੈ, ਕਿਉਂਕਿ ਉਸਨੇ ਸਵਾਂਗ ਰਚਿਆ ਸੀ, ਮਹਾਰਾਜ 10ਵੇਂ ਪਾਤਸ਼ਾਹ ਦੀ ਪੋਸ਼ਾਕ ਪਾ ਕੇ ਉਸਨੇ ਸਵਾਂਗ ਰਚਿਆ ਸੀ। ਉਸਨੂੰ ਕਿਸ ਚੀਜ਼ ਦੀ ਮਾਫੀ ਦਿੱਤੀ ਜਾ ਰਹੀ ਹੈ? ਸੀਨੀਅਰ ਅਕਾਲੀ ਆਗੂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਜਿੱਦਾਂ ਪ੍ਰਗਟ ਸਿੰਘ ਨੇ ਇਸ ਚੀਜ਼ ਨੂੰ ਕਿਹਾ। ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ, ਉਹਨਾਂ ਦੇ ਕਾਰਜਕਾਲ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਪ੍ਰਗਟ ਸਿੰਘ, ਕਿਉਂਕਿ ਸਵਾਲ ਪ੍ਰਗਟ ਸਿੰਘ ਚੁੱਕਦੇ ਆਏ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਵਾਲ ਚੁੱਕਦੇ ਰਹਿਣਗੇ, ਪਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਕੈਮਰਾ ਪਰਸਨ ਕਰਨ ਦੇ ਨਾਲ ਵਿਕਰਮ ਸਿੰਘ ਕੰਬੋਜ, ਜਗਬਾਣੀ ਟੀਵੀ, ਜਲੰਧਰ।